ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਸਾਰਿਆਂ ਦਾ ਮਸੀਹ ਯੀਸ਼ੂ ਵਿੱਚ ਪਵਿੱਤਰ ਹਜ਼ੂਰੀ ਵਿੱਚ ਸਾਰਿਆਂ ਦੇ ਨਾਮ ਨੂੰ ਧੰਨ ਧੰਨ ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਕਹਿੰਦੇ ਹਾਂ ਤੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਜੀ ਕਹਿੰਦੇ ਹਾਂ। ਤੇ ਪਰਮੇਸ਼ਵਰ ਸੱਚਮੁੱਚ ਧੰਨ ਪਰਮੇਸ਼ਵਰ ਹੈ ਜਿਹੜਾ ਸਾਡੇ ਸਾਰਿਆਂ ਦਾ ਬੋਝ ਪ੍ਰਤੀ ਦਿਨ ਉਠਾਉਂਦੇ ਆ ਔਰ ਆਪਣੀ ਹਜ਼ੂਰੀ 'ਚ ਆਪ ਹੀ ਲੈ ਕੇ ਆਉਂਦੇ ਆ, ਆਪ ਹੀ ਸਭ ਕੁਝ ਕਰਦੇ ਆ ਪਿਤਾ ਪਰਮੇਸ਼ਵਰ। ਇਸ ਲਈ ਅਸੀਂ ਅੱਜ ਪਰਮੇਸ਼ਵਰ ਦੇ ਨਾਮ ਨੂੰ ਹੀ ਧੰਨ ਧੰਨ ਕਵਾਂਗੇ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੇ ਪਿਤਾ ਪਰਮੇਸ਼ਵਰ, ਵੀ ਬਲੈਸ ਯੂਰ ਨੇਮ ਓ ਗॉड, ਵੀ ਬਲੈਸ ਯੂਰ ਨੇਮ ਓ ਗॉड। ਵੀ ਤੁਹਾਡੇ ਨਾਮ ਨੂੰ ਧੰਨ ਧੰਨ ਪੁਕਾਰਦੇ ਹਾਂ, ਤੁਹਾਡੇ ਨਾਮ ਨੂੰ ਮੁਬਾਰਕ ਕਰਨੇ ਹਾਂ ਖੁਦਾਵੰਦ। ਉਹ ਨਾਮ ਜਿਹੜਾ ਸਾਰਿਆਂ ਨਾਮਾਂ ਤੋਂ ਉੱਚਾ ਹੈ, ਜਿਸ ਅੱਗੇ ਹਰ ਇੱਕ ਘੁਟਨਾ ਝੁਕੇਗਾ, ਹਰ ਜ਼ੁਬਾਨ ਕਹੇਗੀ ਕਿ ਯੀਸ਼ੂ ਹੀ ਪ੍ਰਭੂ ਹੈ। ਇਹ ਨਾਮ ਹੀ, ਇਹ ਵਚਨ ਹੀ ਸਾਡਾ ਬਚਾਵ ਹੈ, ਵਚਨ ਹੀ ਸਾਡੀ ਢਾਲ ਹੈ, ਵਚਨ ਹੀ ਸਾਨੂੰ ਸਭ ਕੁਝ ਦਿੰਦਾ ਹੈ। ਵਚਨ ਨਾਲ ਹੀ ਸਾਡੀ ਪਾਪਾਂ ਤੋਂ ਮੁਕਤੀ ਹੋਈ ਹੈ, ਵਚਨ ਦੇ ਨਾਲ ਹੀ ਸਾਨੂੰ ਨਜਾਤ ਮਿਲੀ ਹੈ ਖੁਦਾਵੰਦ। ਕਿਤਨੀ ਸ਼ਕਤੀ ਹੈ ਇਸ ਪਾਵਰ, ਇਸ ਵਚਨ ਦੀ, ਕਿ ਇਸ ਵਚਨ ਤੇ ਵਿਸ਼ਵਾਸ ਕਰਨ ਨਾਲ ਸਾਡੇ ਛੁਟਕਾਰਾ ਹੁੰਦਾ ਹੈ। ਇਸ ਵਚਨ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਹੀਲਿੰਗ ਹੁੰਦੀ ਹੈ। ਇਸ ਵਚਨ ਦੇ ਉੱਤੇ ਵਿਸ਼ਵਾਸ ਕਰਨ ਦੇ ਨਾਲ ਨਜਾਤ ਮਿਲਦੀ ਹੈ, ਪਾਪਾਂ ਦੀ ਮਾਫੀ ਮਿਲਦੀ ਹੈ। ਕਿੰਨਾ ਪਾਵਰਫੁਲ ਹੈ ਵਚਨ, ਸਮਰਥੀ ਪਰਮੇਸ਼ਵਰ ਦਾ ਵਚਨ ਹੈ ਖੁਦਾਵੰਦ। ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਵਚਨ ਦਾ ਹੀ ਨਾਮ ਆਈ ਐਮ ਹੈ ਕਿ ਜਿੱਥੇ ਵੀ ਜਦੋਂ ਵਚਨ ਦੀ ਜ਼ਰੂਰਤ ਹੁੰਦੀ ਹੈ ਪਰਮੇਸ਼ਵਰ ਤੁਸੀਂ ਹਮੇਸ਼ਾ ਸਾਨੂੰ ਆਪਣੇ ਵਚਨ ਦੇ ਨਾਲ ਬਚਾਇਆ, ਆਪਣੇ ਵਚਨ ਚ ਅੱਜ ਤੱਕ ਢੱਕ ਕੇ ਰੱਖਿਆ ਖੁਦਾਵੰਦ। ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਧੰਨ ਧੰਨ ਪੁਕਾਰਦੇ ਹਾਂ ਖੁਦਾਵੰਦ। ਫਾਦਰ, ਇਸ ਟਾਈਮ ਤੇ ਖੁਦਾਵੰਦ ਅਸੀਂ ਤੁਹਾਡੀ ਹਜ਼ੂਰੀ ਵਿੱਚ ਤੁਹਾਡੀ ਕਿਰਪਾ ਦੀ ਬਦੌਲਤ ਆਏ ਖੁਦਾਵੰਦ। ਤੁਹਾਡੇ ਨਾਮ ਨੂੰ ਧੰਨ ਧੰਨ ਕਹਿਣਾ ਹੈ, ਤੁਹਾਡੀ ਮਹਿਮਾ ਸਤੁਤੀ ਆਰਾਧਨਾ ਕਰਨ ਆਇਆ। ਪਵਿੱਤਰ ਆਤਮਾ ਦੀ ਮਦਦ ਕਰੋ ਕਿ ਅਸੀਂ ਸ਼ੁੱਧ ਮਨ ਔਰ ਪਵਿੱਤਰ ਹੱਥ ਉਠਾ ਕੇ ਤੁਹਾਡੀ ਉਹ ਆਰਾਧਨਾ, ਉਹ ਸਤੁਤੀ ਕਰ ਸਕੇ ਜਿਸ ਤੇ ਤੁਸੀਂ ਯੋਗ ਹੋ ਪਿਤਾ ਪਰਮੇਸ਼ਵਰ। ਸਾਡੀ ਮਦਦ ਕਰੋ, ਸਾਡੀ ਸਹਾਇਤਾ ਕਰੋ ਪਿਤਾ ਪਰਮੇਸ਼ਵਰ। ਅਨੁਗ੍ਰਹ ਦੀ ਦ੍ਰਿਸ਼ਟੀ ਰੱਖੋ ਪਿਤਾ ਪਰਮੇਸ਼ਵਰ। ਜਿਸ ਨਾਮ ਦੇ, ਜਿਸ ਆਦਰ ਦੇ, ਜਿਸ ਮਹਿਮਾ ਦੇ, ਜਿਸ ਸਤੁਤੀ ਦੇ, ਆਰਾਧਨਾ ਦੇ ਤੁਸੀਂ ਯੋਗ ਹੋ ਪਵਿੱਤਰ ਆਤਮਾ ਦੀ ਸਾਡੀ ਮਦਦ ਕਰੋ ਕਿ ਅਸੀਂ ਉਹ ਕਰ ਸਕੀਏ। ਅਸੀਂ ਸਾਰਿਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਖੁਦਾਵੰਦ। ਜਿਸ ਤਰ੍ਹਾਂ ਆਏ ਹੈਗੇ ਆ ਖੁਦਾਵੰਦ ਉਸ ਤਰ੍ਹਾਂ ਨਹੀਂ, ਬਲਕਿ ਜੋ ਅਨੁਗ੍ਰਹ ਦੇ ਦਾਤਾ ਪਰਮੇਸ਼ਵਰ ਤੁਹਾਡੇ ਹਜ਼ੂਰੀ 'ਚ ਆਏ ਹਾਂ, ਤੁਹਾਡੀ ਹਜ਼ੂਰੀ ਨੂੰ ਲੈ ਕੇ, ਹਜ਼ੂਰੀ ਦੀ ਭਰਪੂਰੀ ਹੋ ਕੇ ਇੱਥੋਂ ਜਾਈਏ ਖੁਦਾਵੰਦ, ਤਾਂ ਕਿ ਜਦੋਂ ਸਤੁਤੀ ਤੋਂ ਬਾਅਦ ਜਾਈਏ ਖੁਦਾਵੰਦ ਲੋਕ ਸਾਡੇ ਵਿੱਚ ਤੁਹਾਨੂੰ ਦੇਖ ਸਕਣ। ਆਪਣੀ ਨਜ਼ਦੀਕੀ ਬਖਸ਼ੋ। ਥੈਂਕ ਯੂ ਫਾਦਰ, ਤੁਹਾਡੇ ਨਾਮ ਨੂੰ ਉੱਚਾ ਚੱਕਦੇ ਹਾਂ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ, ਆਮੀਨ। ਆਪਾਂ ਸਾਮ 113 ਚ ਜਾਵਾਂਗੇ। ਇਹ ਸਤੁਤੀ ਕੇ ਯੋग्य ਨਾਮ। धन्य धन्य
धन्य धन्य धन्य परमेश्वर यहोवा। प्रजा को प्रधानों संग बैठाता तू परमेश्वर यहोवा। तेरी स्तुति हो स्तुति हो स्तुति हो यहोवा। धन्य 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 परमेश्वर यहोवा। बांझ को आनंदित माँ बनाता तू मेरे प्यारे यहोवा। तेरी स्तुति हो स्तुति हो स्तुति हो यहोवा। धन्य 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 परमेश्वर यहोवा। तेरा नाम सारी जातियों में महान है यहोवा। तेरी स्तुति हो स्तुति हो स्तुति हो यहोवा। धन्य 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 परमेश्वर यहोवा। करते मिलकर हम आराधना परमेश्वर यहोवा। गाते मिलकर हम सना परमेश्वर यहोवा। ताली बजाते हम सब मिलकर परमेश्वर यहोवा। खुशी मनाते हम सब मिलकर परमेश्वर यहोवा। धन्य 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 कहते 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 परमेश्वर यहोवा। आमीन। बस वो 125 जावांगे परमेश्वर के लोगों की सुरक्षा। साडी सुरक्षा किहदे च परमेश्वर दे उत्ते भरोसा रखण च साडी सुरक्षा हैगी है। धन्य यहोवा तू धन्य यहोवा। 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 धन्य यहोवा तू धन्य यहोवा तू धन्य यहोवा। सिय्योन के पर्वत के समान जो भरोसा या पे रखता। सिय्योन के पर्वत के समान जो भरोसा या पे रखता। सदा ही बना वो रहता और कभी न टलता। सदा ही बना वो रहता और कभी न टलता। सिय्योन के पर्वत के समान जो भरोसा या पे रखता। भरोसा या पे रखता। यरूशलेम को पहाड़ों ने घेरा। यरूशलेम को पहाड़ों ने घेरा। यहोवा ने अपनी प्रजा को है घेरा। यहोवा ने अपनी प्रजा को है घेरा। धन्य यहोवा तू धन्य यहोवा। धन्य यहोवा तू धन्य यहोवा। सिय्योन के पर्वत के समान जो भरोसा या पे रखता। सिय्योन के पर्वत के समान जो भरोसा या पे रखता। भरोसा या पे रखता।
डलता, सिय्योन के पर्वत के समान जो भरोसा या पे रखता, भरोसा या पे रखता, भरोसा या पे रखता। थैंक यू फादर। प्रभु यीशु मसीह नासरी दे नाम नाल फादर तुहाडा धन्नवाद करते हैं कि जगत ते तुसीं जित पाई है प्रभु, पर तुहाडे ते भरोसा रखण नाल जगत ते सानूं तुसीं जेतू करार कीता। तुहाडा शुक्र करदे पिता परमेश्वर। अज भी अब्बा फादर पिता परमेश्वर जो तुसीं साडी आत्मा दे लई खुराक भेजी, अपना वचन भेजिया, अपना मन्ना भेजिया, अनुग्रह दा वचन असीं अपने दिलां नूं झुकाने हैं। साडे सुनन वाले कान देना, क्योंकि वचन च लिखा जिनके सुनने के कान हो उनसे मैं कहता हूँ। खुदावन सुनन वाले कान दिओ, ताकि जो वचन तुसीं सानूं भेजिया असीं सुन के तुहाडी दया किरपा दे नाल पवित्र आत्मा जी तुहाडी सहायता दे नाल ग्रहण करके तुहाडी पवित्रता विच अगे वध के तुहाडी नज़दीकी विच अगे वधीए। खुदावन तुहाडी तैयारी बख्शी जाए। खुदावन अपने बच्चे नूं प्रभु अनॉइंट करो, मदद करो, वचन नूं देण च, वचन नूं ग्रहण करन च, वचन नूं सुनण च। सब चीज़ां प्रभु यीशु मसीह नासरी दे नाम नाल मंगदे आ ते रिसीव करदे आ प्रभु यीशु दे नाम नाल। आमीन। आमीन। प्रेज द लॉर्ड। एक बारी फिर साਰਿਆਂ ਨੂੰ we welcome everyone in the name of our Lord, our Savior, the one who made us, the one who carries us, the one who sustains us. ਅਸੀਂ ਉਸ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਨ ਸੇ ਤੇ ਰੋਜ਼ ਖੜੇ ਹੁੰਨੇ ਆ, ਜਿਨ੍ਹਾਂ ਨੇ ਸਾਨੂੰ ਬਣਾਇਆ, ਜਿਹੜੇ ਸਾਨੂੰ ਰੋਜ਼ ਸੰਭਾਲਦੇ ਨੇ, ਜਿਹੜੇ ਸਾਨੂੰ ਰੋਜ਼ ਰਸਤਾ ਦਿਖਾਉਂਦੇ ਨੇ, ਤੇ ਇੱਕ ਦਿਨ ਜਿਨ੍ਹਾਂ ਨੇ ਵਾਪਸ ਆਣਾ ਹੈ ਇਸ ਜ਼ਮੀਨ ਤੇ, ਇਸ ਪ੍ਰਿਥਵੀ ਤੇ, ਆਪਣੇ ਬੇਟੇ ਤੇ ਬੇਟਿਆਂ ਨੂੰ ਨਾਲ ਲੈ ਕੇ ਜਾਣ ਵਾਸਤੇ। ਅੱਜ ਜਨਵਰੀ 2 ਹੈਗੀ 2021। ਸਾਰਿਆਂ ਦਾ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ, ਪ੍ਰਭੂ ਯਿਸੂ ਮਸੀਹ ਹੀ ਪ੍ਰਭੂ ਨੇ ਤੇ ਸਾਡੇ ਬਣਾਉਣ ਵਾਲੇ ਨੇ, ਸਾਰਿਆਂ ਦਾ ਸਵਾਗਤ ਕਰਦੇ ਹਾਂ। ਜਿਵੇਂ ਅਸੀਂ ਰੋਜ਼ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਵਿੱਚੋਂ ਪਰਮੇਸ਼ਵਰ ਦੀ ਗਹਿਰਾਈਆਂ ਦੇ ਬਾਰੇ ਗੱਲ ਕਰਦੇ ਹਾਂ, ਪਰਮੇਸ਼ਵਰ ਦੀ ਸੱਚਾਈਆਂ ਦੇ ਬਾਰੇ ਗੱਲ ਕਰਦੇ ਹਾਂ। ਕੱਲ ਜਿਵੇਂ ਅਸੀਂ ਗੱਲ ਕੀਤੀ ਸੀ, ਕੱਲ ਜਨਵਰੀ 1 ਸੀਗੀ, ਸਾਲ ਦਾ ਨਵਾਂ ਦਿਨ ਸੀ, ਤੇ ਅਸੀਂ ਦੇਖਿਆ ਸੀ ਪਰਮੇਸ਼ਵਰ ਦੇ ਵਚਨ ਵਿੱਚ ਕਿਹੜੀ ਕਿਹੜੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਸੰਸਾਰ ਵਿੱਚ ਪਹਿਲੀ ਵਾਰ ਹੋਈਆਂ, ਤੇ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਵਿਸ਼ਵਾਸ ਕਰਨ ਵਾਲਿਆਂ ਦੇ ਜੀਵਨ ਬਦਲਤੇ, ਜਿਨ੍ਹਾਂ ਨੇ ਸਾਨੂੰ ਅੰਧਕਾਰ ਤੋਂ ਨਿਕਾਲ ਕੇ ਤੇ ਰੋਸ਼ਨੀ ਦੀ ਸੰਤਾਨ ਬਣਾਇਆ। ਜਿਵੇਂ ਅਸੀਂ ਦੇਖਿਆ ਸੀ ਮੈਥਿਊ ਦਾ ਪਹਿਲਾ ਅਧਿਆਇ ਦੇਖਿਆ ਸੀ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਇੱਕ ਅਜੂਬਾ ਹੋਇਆ ਕਿ ਇੱਕ ਕੁਆਰੀ ਤੋਂ ਪਰਮੇਸ਼ਵਰ ਨੇ ਜਨਮ ਲਿਆ। ਵੈਸੇ ਤਾਂ ਪਰਮੇਸ਼ਵਰ ਜਨਮ ਦੇਣ ਵਾਲਾ ਹੈਗਾ, ਪਰ ਕਿਉਂਕਿ ਪਰਮੇਸ਼ਵਰ ਬਚਾਉਣ ਵਾਲਾ ਵੀ ਹੈਗਾ, ਤੇ ਪਿਤਾ ਪਰਮੇਸ਼ਵਰ ਦੀ ਯੋਜਨਾ ਸੀਗੀ ਕਿ ਉਹਨਾਂ ਨੇ ਆਪਣੇ ਇਕਲੌਤੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਸਾਡਾ ਮੁਕਤੀਦਾਤਾ ਬਣਨ ਵਾਸਤੇ, ਸਾਡੇ ਪਾਪਾਂ ਨੂੰ ਆਪਣੇ ਸਿਰ ਤੇ ਉਠਾਉਣ ਵਾਸਤੇ ਭੇਜਿਆ। ਫਿਰ ਅਸੀਂ ਦੇਖਿਆ ਸੀ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਜਿਹੜਾ ਬੇਟਾ ਜੰਮਣਾ ਸੀ ਮਰੀਅਮ ਨੇ, ਉਹਦਾ ਨਾਮ ਵੀ ਸਵਰਗ ਤੋਂ ਦਿੱਤਾ ਗਿਆ, ਤੇ ਉਹਦਾ ਨਾਮ ਰੱਖਿਆ ਗਿਆ ਜੀਸਸ। ਇੱਕ ਪ੍ਰਭੂ ਯਿਸੂ ਮਸੀਹ ਦਾ ਨਾਮ ਹੈਗਾ ਇਮੈਨੂਅਲ। ਇਮੈਨੂਅਲ ਮਤਲਬ ਹੈਗਾ ਕਿ ਗੋਡ ਇਜ਼ ਵਿਦ ਅਸ, ਪਰਮੇਸ਼ਵਰ ਖੁਦ ਸਾਡੇ ਨਾਲ। ਇਹ ਚੀਜ਼ਾਂ ਜੇ ਅਸੀਂ ਆਪਣਾ ਲੌਜੀਕਲ ਸੋਚੀਏ ਤੇ ਆਪਾਂ ਨੂੰ ਸਮਝ ਨਹੀਂ ਆ ਸਕਦੀਆਂ। ਕਿਉਂ? ਕਿਉਂਕਿ ਪਰਮੇਸ਼ਵਰ ਆਤਮਾ ਹੈਗਾ। ਅਸੀਂ ਪਰਮੇਸ਼ਵਰ ਦੀ ਆਤਮਾ ਸਿਰਫ ਰੂਹ ਤੇ ਸੱਚਾਈ ਦੇ ਨਾਲ ਸਮਝ ਸਕਦੇ ਹਾਂ, ਆਪਣੇ ਦਿਲ ਨਾਲ ਸਮਝ ਸਕਦੇ ਹਾਂ, ਦਿਮਾਗ ਨਾਲ ਨਹੀਂ ਸਮਝ ਸਕਦੇ, ਕਿਉਂਕਿ ਦਿਮਾਗ ਤਾਂ ਸੰਸਾਰਿਕ ਜਮਾ ਘਟਾ ਪਲਸ ਮਾਈਨਸ ਕਰਦਾ ਹੈ। ਫਿਰ ਅਸੀਂ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਜਿਹੜਾ ਹੈਗਾ, he used to do everything with authority। ਉਹ ਆਵਾਜ਼ ਦੇ ਕੇ ਸਮੁੰਦਰ ਨੂੰ ਸ਼ਾਂਤ ਕਰ ਦਿੰਦੇ ਸੀ, ਆਵਾਜ਼ ਮਾਰ ਕੇ 4 ਦਿਨ ਦੇ ਮਰੇ ਹੋਏ ਲਾਜ਼ਰਸ ਨੂੰ ਜ਼ਿੰਦਾ ਕਰਕੇ ਕਬਰ ਤੋਂ ਬਾਹਰ ਆ ਜਾਂਦਾ ਸੀ। ਹੋਰ ਬੜੇ ਸਾਰੇ ਉਹਨਾਂ ਨੇ ਕੰਮ ਕੀਤੇ, ਪਰ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ, ਜਿਹੜਾ ਕਿ ਸੰਸਾਰ ਵਿੱਚ ਪਹਿਲੀ ਵਾਰ ਹੋਇਆ, ਕਿ ਉਹਨਾਂ ਨੇ ਇਨਸਾਨ ਦੇ ਪਾਪਾਂ ਨੂੰ ਮਾਫ ਕੀਤਾ, ਤੇ ਉਹਦੀ ਮੁਕਤੀ ਦਾ, ਉਹਦੀ ਨਜਾਤ ਦਾ, ਉਹਦੀ ਸਾਲਵੇਸ਼ਨ ਦਾ ਪ੍ਰਭੂ ਯਿਸੂ ਮਸੀਹ ਨੇ ਸਰੀਰ ਤੇ ਜਾ ਕੇ ਇੱਕ ਰਸਤਾ ਨਿਕਾਲਿਆ, ਜੋ ਕਿ ਪਿਤਾ ਪਰਮੇਸ਼ਵਰ ਦੀ ਵਿਜ਼ਡਮ ਦੇ ਨਾਲ
ਇਹ ਰਸਤਾ ਬਣਾਇਆ ਗਿਆ ਸੀ। ਫਿਰ ਅਸੀਂ ਦੇਖਿਆ ਕਿ ਪਰਮੇਸ਼ਵਰ ਨੇ ਕਿਵੇਂ ਸਾਨੂੰ ਗੈਰ ਜ਼ਬਾਨਾਂ ਦਿੱਤੀਆਂ, ਜਿਨ੍ਹਾਂ ਨਾਲ ਅਸੀਂ ਪਰਮੇਸ਼ਵਰ ਨਾਲ ਵੀ ਗੱਲ ਕਰ ਸਕਦੇ ਹਾਂ। ਕਿ ਕਈ ਵਾਰੀ ਜਦੋਂ ਸਾਨੂੰ ਕੋਈ ਲੈਂਗੁਏਜ, ਜੋ ਸੰਸਾਰ ਦੀ ਲੈਂਗੁਏਜ ਨਹੀਂ ਆਉਂਦੀ ਹੁੰਦੀ, ਤੇ ਪਰਮੇਸ਼ਵਰ ਸਾਡੀ ਮਦਦ ਕਰਦਾ ਹੈ, ਸਾਨੂੰ ਇੰਸਟੈਂਟਲੀ ਉਹ ਲੈਂਗੁਏਜ ਮੁਹੱਈਆ ਕਰਾਉਂਦੇ ਨੇ। ਫਿਰ ਅਸੀਂ ਦੇਖਿਆ ਸੀ ਕਿ ਦੂਜਾ ਕੁਰਿੰਥੀਆਂ 5:17 ਵਿੱਚ ਕਿ ਕਿਵੇਂ ਪਰਮੇਸ਼ਵਰ ਨੇ ਸਾਨੂੰ ਕਿਹਾ ਕਿ ਯੂ ਆਰ ਅ ਨਿਊ ਕ੍ਰੀਏਸ਼ਨ, ਤੁਸੀਂ ਇੱਕ ਨਵੀਂ ਸ਼ਖਸੀਅਤ ਹੈਗੇ ਹੋ। ਤੁਸੀਂ, ਉਹ ਕਹਿੰਦੇ ਨੇ, behold you are a new person, all old things have passed away, ਕਿ ਤੁਸੀਂ ਅੱਜ ਤੋਂ ਇੱਕ ਨਵੀਂ ਸ਼ਖਸੀਅਤ ਹੈਗੇ ਹੋ। ਕਿੰਦੇ ਵਿੱਚ? ਪਰਮੇਸ਼ਵਰ ਵਿੱਚ। ਤੁਸੀਂ ਕਿਵੇਂ, ਤੁਹਾਡੇ ਮਨ ਦੀ ਇੱਛਾਵਾਂ ਹੋਣਗੀਆਂ ਜੋ ਪਰਮੇਸ਼ਵਰ ਦੀ ਮਨ ਦੀ ਇੱਛਾ ਹੈਗੀ ਹੈ। ਤੁਸੀਂ ਕਿਹੜੀ ਤਰਫ ਜਾਣਾ ਚਾਹੋਗੇ? ਜਿਸ ਤਰ੍ਹਾਂ ਕਿ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਲੈ ਕੇ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਨਵੇਂ ਸਾਲ ਦੇ ਪਹਿਲੇ ਦਿਨ ਦੇਖਿਆ ਸੀ। ਹੋਰ ਵੀ ਬਹੁਤ ਸਾਰੀ ਚੀਜ਼ਾਂ ਨੇ, ਪਰ ਅਸੀਂ ਕਿਉਂਕਿ ਇਸ ਪ੍ਰੋਗਰਾਮ ਨੂੰ 30 ਮਿੰਟ 35 ਮਿੰਟ ਦਾ ਬਣਾਉਂਦੇ ਹਾਂ, ਤੇ ਜੋ ਉਸ ਦੌਰਾਨ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕਦੇ ਹੋ, ਤੁਹਾਡੇ ਤੋਂ ਲੈ ਕੇ ਆਉਂਦੇ ਹਾਂ। ਅੱਜ ਇੱਕ ਹੋਰ ਜਿਹੜੀ ਆਪਣਾ ਪਰਮੇਸ਼ਵਰ ਦੇ ਵਚਨ ਵਿੱਚ ਗੱਲ ਹੈਗੀ ਹੈ, ਉਹ ਵੀ ਜੇ ਆਪਾਂ ਇਨਸਾਨੀ ਸੋਚ ਨਾਲ ਸੋਚੀਏ ਤੇ ਬੜੀ ਅਨਹੋਣੀ ਹੈ, ਇੰਪੋਸੀਬਲ ਹੈ, ਕੋਈ ਵੀ ਨਹੀਂ ਕਰ ਸਕਦਾ। ਕੋਈ ਵੱਡਾ ਤੋਂ ਵੱਡਾ ਸੰਤ ਵੀ ਜਿਹੜਾ ਹੈਗਾ, ਉਹ ਕੁਝ ਟਾਈਮ ਆਪਣੇ ਮਨ ਨੂੰ ਮਾਰ ਕੇ ਤਾਂ ਕਰ ਸਕਦਾ ਹੈ, ਪਰ ਇਹ ਜਿਹੜਾ ਹੁਕਮ ਹੈ, ਇਹ ਬੜਾ ਹੀ ਸਖਤ ਹੁਕਮ ਹੈ। ਪਰ ਜਿਵੇਂ ਆਪਾਂ ਦੂਜਾ ਕੁਰਿੰਥੀਆਂ 'ਚ ਇੱਕ ਜਗ੍ਹਾ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਦੇ ਜਿਹੜੇ ਹੁਕਮ ਹੈਗੇ ਨੇ, ਦੇ ਆਰ ਨਾਟ ਬਰਡਨਸਮ, ਉਹ ਸਾਨੂੰ ਦਬਾਉਣ ਵਾਸਤੇ ਨਹੀਂ ਹੈਗੇ, ਪਰ ਸਾਨੂੰ ਤਿਆਰ ਕਰਨ ਵਾਸਤੇ ਹੈਗੇ ਨੇ। ਕਿਸ ਵਾਸਤੇ ਤਿਆਰ ਕਰਦੇ ਨੇ? ਤਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਇਮੇਜ ਵਿੱਚ, ਉਹਨਾਂ ਦੀ ਸ਼ਖਸੀਅਤ ਵਿੱਚ ਢਲ ਜਾਈਏ। ਟੂ ਬੀ ਕਨਵਰਟਡ ਇਨਟੂ ਦੀ ਇਮੇਜ ਆਫ ਲਾਰਡ ਜੀਸਸ ਕ੍ਰਾਈਸਟ। ਇਹਦਾ ਇਹ ਮਤਲਬ ਨਹੀਂ ਕਿ ਸਾਡੀ ਸ਼ਕਲ ਬਦਲ ਜਾਏਗੀ, ਪਰ ਇਹਦਾ ਮਤਲਬ ਹੈ ਕਿ ਜੋ ਉਹਨਾਂ ਦਾ ਸੁਭਾਅ ਹੈਗਾ, ਉਹ ਸਾਡੇ ਵਿੱਚ ਹੌਲੀ ਹੌਲੀ, ਵਿਦ ਬਿਟ ਬਾਏ ਬਿਟ, ਹੌਲੀ ਹੌਲੀ, ਛਣ ਬਾਏ ਛਣ ਸਾਡਾ ਸੁਭਾਅ ਬਦਲ ਜਾਂਦਾ ਹੈਗਾ। ਜੋ ਉਹਨਾਂ ਨੂੰ ਚੀਜ਼ਾਂ ਪਸੰਦ ਆਉਂਦੀਆਂ ਨੇ, ਉਹ ਸਾਨੂੰ ਪਸੰਦ ਆਉਂਦੀਆਂ ਨੇ। ਫਿਰ ਦੁਨੀਆ ਦੀਆਂ ਸਾਰੀ ਜਿਹੜੇ ਆਪਣਾ ਸ਼ਾਨੋ ਸ਼ੌਕਤ ਹੈਗੀ ਏ, ਇਹਨਾਂ ਦਾ ਕੋਈ ਮਾਇਨੇ ਨਹੀਂ ਰਹਿ ਜਾਂਦਾ। ਕਿਉਂ? ਕਿਉਂਕਿ ਅਸੀਂ ਉਸ ਪਰਮੇਸ਼ਵਰ ਦੀ ਸੰਤਾਨ ਬਣ ਜਾਂਦੇ ਹਾਂ, ਜਿੰਨੀ ਕੋਈ ਕੀਮਤ ਨਹੀਂ ਚੁਕਾਈ ਜਾ ਸਕਦੀ। ਤੇ ਅੱਜ ਦਾ ਜਿਹੜਾ ਵਿਸ਼ੇ ਹੈਗਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਆਪਣੇ ਜਿਹੜੇ ਸਤਾਨ ਵਾਲੇ ਨੇ, ਉਹਨਾਂ ਵਾਸਤੇ ਪ੍ਰਾਰਥਨਾ ਕਰੋ, ਤੇ ਆਪਣੇ ਜਿਹੜੇ ਤੁਹਾਡੇ ਦੁਸ਼ਮਣ ਹੈਗੇ ਨੇ, ਉਹਨਾਂ ਨਾਲ ਪ੍ਰੇਮ ਕਰੋ। ਇਹ ਐਸੀ ਚੀਜ਼ ਹੈਗੀ ਹੈ ਜਿਹੜੀ ਕਿ ਕੋਈ ਵੀ ਇਨਸਾਨ ਜਿਹੜਾ ਜ਼ਮੀਨ ਤੇ ਪੈਦਾ ਹੋਇਆ ਹੈ, ਉਹ ਆਪਣੇ ਜ਼ੋਰ ਨਾਲ ਨਹੀਂ ਕਰ ਸਕਦਾ। ਜਿਸ ਤੱਕ ਪਰਮੇਸ਼ਵਰ ਦੀ ਸਹਿਭਾਗਿਤਾ ਨਾਲ ਨਾ ਹੋਵੇ, ਤਾਂ ਤੱਕ ਅਸੀਂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਇਹ ਸਾਡੀ ਜਿਹੜੀ ਬੇਸਿਕ ਨੇਚਰ ਹੈਗੀ ਹੈ, ਜਿਹੜਾ ਸਾਡਾ ਸੁਭਾਅ ਹੈਗਾ, ਉਹਦੇ ਅਗੇਂਸਟ ਹੈਗਾ। When somebody tells us something, we want to retaliate. ਅਸੀਂ ਜਦੋਂ ਸਾਨੂੰ ਕੋਈ ਮਾੜੀ ਕੋਈ ਗੱਲ ਬੰਦਾ ਕਹਿੰਦਾ ਹੈ, ਅਸੀਂ ਇੱਕਦਮ ਉਹਦਾ ਬਦਲਾ ਲੈਣਾ ਚਾਹੁੰਦੇ ਹਾਂ। ਕਈ ਵਾਰੀ ਜੇ ਬਦਲਾ ਲੈਣ ਦਾ ਮੌਕਾ ਨਹੀਂ ਮਿਲਦਾ ਕਿਸੇ ਨੂੰ, ਤੇ ਉਹਦੇ ਅੰਦਰ ਇੱਕ, ਜਿਵੇਂ ਕਹਿੰਦੇ ਨਾ, ਅੱਗ ਜਲਦੀ ਰਹਿੰਦੀ ਹੈ। ਉਹਦੇ ਅੰਦਰ ਇੱਕ ਜੇ ਗੁੱਸਾ ਪਨਪਦਾ ਰਹਿੰਦਾ ਹੈਗਾ ਕਿ ਕਿਵੇਂ ਮੈਂ ਬਦਲਾ ਲਵਾਂ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਬਦਲਾ ਲੈਣਾ ਮੇਰਾ ਕੰਮ ਹੈਗਾ, ਤੁਹਾਡਾ ਕੰਮ ਹੈ ਜੋ ਤੁਹਾਨੂੰ ਕਿਹਾ ਗਿਆ ਹੈ। ਤੇ ਸਾਨੂੰ ਪਰਮੇਸ਼ਰ ਦਾ ਕੀ ਹੁਕਮ ਹੈਗਾ ਕਿ ਅਸੀਂ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਰੱਖਣਾ ਹੈਗਾ, ਤੇ ਆਪਣੇ ਸਤਾਨ ਵਾਲਿਆਂ ਵਾਸਤੇ ਪ੍ਰਾਰਥਨਾ ਕਰਨੀ ਹੈ। ਆਓ ਆਪਾਂ ਇਹ ਜੋ ਵੀ ਕੁਝ ਗੱਲਾਂ ਕੀਤੀਆਂ ਨੇ, ਇਹਨਾਂ ਦੀ ਜਿਹੜੀ ਸਾਖੀ ਹੈਗੀ ਹੈ, ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੈਗੀ ਹੈ, ਉਹ ਅਸੀਂ ਪਰਮੇਸ਼ਰ ਦੇ ਵਚਨ ਤੋਂ ਲੈਂਦੇ ਹਾਂ। ਆਪਾਂ ਮਤੀ 5:43 ਤੋਂ 48 पढ़ांगे, one verse at a time। तुम सुन चुके हो कि कहा गया था अपने पड़ोसी से प्रेम रखना और अपने बैरी से बैर। ਉਹ ਕਹਿੰਦੇ ਨੇ ਪੁਰਾਣੇ ਨਿਯਮ ਵਿੱਚ, ओल्ड टेस्टामेंट ਕਿਹਾ ਗਿਆ ਸੀ कि अपने पढ़ोगे दोबारा, अपने पड़ोसी से प्रेम रखना और अपने बैरी से बैर। अपने पड़ोसी से प्रेम रखना और अपने बैरी से बैर। ਜਿਵੇਂ ਅਸੀਂ ਦੇਖਿਆ ਸੀ ਅੱਜ ਤੋਂ 2 ਦਿਨ ਪਹਿਲੇ, ਜਦੋਂ ਅਸੀਂ
ਲਸਟ ਦੀ ਵਾਸਨਾ ਦੇ ਟੌਪਿਕ ਤੇ ਗੱਲ ਕੀਤੀ ਸੀ। ਉਦੋਂ ਪੁਰਾਣੇ ਨਿਯਮ ਵਿੱਚ ਹੁੰਦਾ ਸੀ ਕਿ ਜਦੋਂ ਕੋਈ ਇਨਸਾਨ ਆਦਮੀ ਕਿਸੇ ਔਰਤ ਦੇ ਨਾਲ ਜ਼ਬਰਦਸਤੀ ਸਹਿਭੋਗ ਕਰਦਾ ਸੀ, ਉਹਦੇ ਨਾਲ ਉਹਦੀ ਇੱਜ਼ਤ ਲੁੱਟਦਾ ਸੀ, ਉਹਨੂੰ ਵਿਆਭਿਚਾਰ ਮੰਨਿਆ ਜਾਂਦਾ ਸੀ। ਜਾਂ ਕੋਈ ਸ਼ਾਦੀशुदा ਬੰਦਾ ਕਿਸੇ ਹੋਰ ਔਰਤ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ। ਪਰ ਪ੍ਰਭੂ ਯਿਸੂ ਮਸੀਹ ਨੇ ਨਵੇਂ ਨਿਯਮ ਵਿੱਚ ਕੀ ਕਿਹਾ? ਜੇ ਤੁਸੀਂ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਦੇਖਿਆ, ਆਪਣੇ ਮਨ ਹੀ ਤੁਹਾਡੇ ਬੁਰਾ ਵਿਚਾਰ ਆਇਆ ਕਿਸੇ ਨੂੰ ਦੇਖ ਕੇ, ਤੇ ਤੁਸੀਂ ਉਹਦੇ ਨਾਲ ਬੁਰਾ ਕੰਮ ਕਰ ਲਿਆ। You have not actually done anything, but the thought what it comes to your mind, that is good enough that you have already sinned. ਤੇ ਉਸੇ ਤਰ੍ਹਾਂ ਇਹ ਚੀਜ਼ ਜਿਹੜੀ ਹੈਗੀ ਏ, ਇਹ ਸਾਰੀਆਂ ਚੀਜ਼ਾਂ ਮੈਂ ਰੋਜ਼ ਕਹਿੰਦਾ ਕਿ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ, ਆਪਣਾ ਸੇਵੀਅਰ ਐਂਡ ਲਾਰਡ ਕਰਕੇ ਨਹੀਂ ਮੰਨਦੇ, ਉਹਨਾਂ ਵਾਸਤੇ ਸਾਰੀਆਂ ਗੱਲਾਂ ਜਿਹੜੇ ਹੈਗੀਆਂ ਨੇ ਕਹਾਣੀਆਂ ਨੇ, ਬੇਕਾਰ ਨੇ। ਪਰ ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਦੇਤਾ, ਉਹਨਾਂ ਦੇ ਜੀਵਨ ਦੀਆਂ ਸੱਚਾਈਆਂ ਨੇ। ਕਿਆ ਹੈ ਸੱਚਾਈ? ਇੱਕ ਤੇ ਮੰਨ ਜਾਂਦੀ ਹੈ, ਨੋ, ਇਟ ਇਜ਼ ਓਵਰ ਅ ਪੈਸੇਜ ਆਫ ਟਾਈਮ। ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦਾ ਵਚਨ ਪੜ੍ਹਨੇ ਆ, ਜਿਵੇਂ ਜਿਵੇਂ ਅਸੀਂ ਪਰਮੇਸ਼ਰ ਨਾਲ ਫੈਲੋਸ਼ਿਪ ਕਰਦੇ ਹਾਂ, ਉਸ ਤਰ੍ਹਾਂ ਜਿਹੜੀ ਸਾਡੀ ਸੋਚ ਹੈਗੀ ਹੈ, ਉਹ ਪਰਮੇਸ਼ਰ ਦੀ ਸੋਚ ਨਾਲ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸਾਡੀ ਜਿਹੜੀ ਚੀਜ਼ਾਂ ਸਾਨੂੰ ਪਸੰਦ ਆਉਂਦੀਆਂ ਨੇ, ਉਹ ਪਰਮੇਸ਼ਵਰ ਦੀ ਪਸੰਦ ਚੀਜ਼ਾਂ ਨਾਲ ਮਿਲਣ ਲੱਗ ਜਾਂਦੀਆਂ ਨੇ। 44 परंतु मैं तुमसे ये कहता हूँ कि अपने बैरियों से प्रेम रखना और अपने सताने वालों की भी प्रार्थना करो। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਜਿਵੇਂ ਮੈਂ ਹੁਣੇ ਤੁਹਾਨੂੰ ਅਰਜ਼ ਕੀਤੀ ਕਿ ਤੁਸੀਂ ਆਪਣੇ ਬੈਰੀਆਂ ਨਾਲ ਪ੍ਰੇਮ ਰੱਖੋ ਤੇ ਆਪਣੇ ਸਤਾਨ ਵਾਲਿਆਂ ਵਾਸਤੇ ਪ੍ਰਾਰਥਨਾ ਕਰੋ। 45 जिससे तुम अपने स्वर्गीय पिता की संतान ठहरोगे, क्योंकि वह भले और बुरे दोनों पर अपना सूर्य उदय करता है और धर्मी और अधर्मी दोनों पर नींव बरसाता है। ਆਮੇਨ। ਤੇ ਪਰਮੇਸ਼ਰ ਦਾ ਵਚਨ ਸਾਨੂੰ ਦੱਸ ਰਿਹਾ ਹੈ ਕਿ ਇਹ ਸੰਸਾਰ ਵਿੱਚ ਇੰਨਾ ਵੱਡਾ ਆਪਣਾ ਪਾਪੂਲੇਸ਼ਨ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ, ਆਪਣਾ ਮੁਕਤੀਦਾਤਾ ਕਹਿ ਕੇ ਪ੍ਰਭੂ ਯਿਸੂ ਮਸੀਹ ਨਹੀਂ ਮੰਨਦੇ। ਪਰ ਕਿਆ ਪਰਮੇਸ਼ਰ ਉਹਨਾਂ ਕੋਲ ਰੋਸ਼ਨੀ ਸੂਰਜ ਦੀ ਆਪਣਾ ਖੋਲ ਲੈਂਦਾ? ਕਿਆ ਉਹਨਾਂ ਤੇ ਬਰਸਾਤ ਨਹੀਂ ਬਰਸਾਉਂਦਾ? ਬਿਲਕੁਲ ਬਰਸਾਉਂਦਾ ਹੈ। ਕਿਉਂ? ਕਿਉਂਕਿ ਪਰਮੇਸ਼ਵਰ ਹਰ ਕਿਸੇ ਨੂੰ ਇੱਕ ਨਹੀਂ ਬਹੁਤ ਸਾਰੇ ਮੌਕੇ ਦਿੰਦਾ ਹੈਗਾ ਕਿ ਅਸੀਂ ਆਪਣਾ ਮੂੰਹ ਮੋੜ ਕੇ ਦੁਨੀਆ ਦੀਆਂ ਗੱਲਾਂ ਤੋਂ, ਪਾਪ ਦੀਆਂ ਗੱਲਾਂ ਤੋਂ, ਬੁਰਾਈ ਤੋਂ ਮੂੰਹ ਮੋੜ ਕੇ ਅਸੀਂ ਪਰਮੇਸ਼ਵਰ ਦੀ ਬਾਦਸ਼ਾਹ ਦੀ ਸ਼ਾਮਲ ਹੋਈਏ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਵੇਂ ਪਰਮੇਸ਼ਵਰ ਕਰਦਾ ਹੈਗਾ, ਜਿਵੇਂ ਵਚਨ ਸਿਖਾਉਂਦਾ ਹੈਗਾ, ਅਸੀਂ ਵੀ ਉਹਦੇ ਪਦ ਚਿੰਨ੍ਹਾਂ ਚੱਲਣਾ ਹੈ। ਨੈਕਸਟ, क्योंकि यदि तुम अपने प्रेम रखने वालों ही से प्रेम रखो तो तुम्हारे लिए क्या फल होगा? क्या महसूल लेने वाले भी ऐसा ही नहीं करते? ਪ੍ਰਭੂ ਇੱਥੇ ਵਚਨ ਦੱਸ ਰਿਹਾ ਹੈ ਕਿ ਕਿਆ ਜਿਹੜੇ ਬੁਰੇ ਲੋਕ ਨੇ, ਜਿਹੜੇ ਆਪਣਾ ਬ੍ਰਾਈਬ ਲੈਂਦੇ ਨੇ, ਬੁਰੇ ਕੰਮ ਕਰਦੇ ਨੇ, ਉਹ ਵੀ ਇਹੋ ਕੰਮ ਕਰਦੇ ਨੇ ਕਿ ਜਿਹੜੇ ਉਹਨਾਂ ਦੇ ਦੋਸਤ ਹੁੰਦੇ ਨੇ, ਜਿਹੜੇ ਉਹਨਾਂ ਦੇ ਜਾਣਕਾਰ ਹੁੰਦੇ ਨੇ, ਉਹਨਾਂ ਨਾਲ ਪ੍ਰੇਮ ਰੱਖਦੇ ਨੇ। ਪਰ ਵਚਨ ਸਾਨੂੰ ਕਹਿੰਦਾ ਹੈ ਕਿ ਅਸੀਂ ਸਾਰਿਆਂ ਨਾਲ ਪ੍ਰੇਮ ਰੱਖਣਾ ਹੈ, ਕਿਉਂਕਿ ਸਾਰੇ ਪਰਮੇਸ਼ਵਰ ਦੀ ਔਲਾਦ ਨੇ। ਸਾਨੂੰ ਨਹੀਂ ਪਤਾ ਕਿੰਨੇ ਪਰਮੇਸ਼ਵਰ ਨੂੰ ਕਦੋਂ ਕਬੂਲ ਕਰਨਾ ਹੈ। ਅਸੀਂ ਪਰਮੇਸ਼ਵਰ ਨੂੰ ਕਬੂਲ ਕੀਤਾ ਸੀ ਜਦੋਂ ਅਸੀਂ 40 ਟੱਪ ਚੁੱਕੇ ਸੀਗੇ। ਤੇ ਜੇ ਸਾਨੂੰ ਕੋਈ ਪਹਿਲੇ ਦੇਖ ਕੇ ਕਹਿੰਦਾ ਵੀ ਕਿਆ ਕਦੀ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਸਕਦੇ ਨੇ, ਇੰਪੋਸੀਬਲ ਸੀਗਾ, ਨਾ ਹੋਣਾ ਸੀਗਾ। ਪਰ ਕਿਆ ਕੋਈ ਪਰਮੇਸ਼ਵਰ ਸੇ ਮੁਸ਼ਕਿਲ ਹੈ? कोई चीज मुश्किल नहीं है। नेक्स्ट, यदि तुम केवल अपने भाइयों ही को नमस्कार करो तो कौन सा बड़ा काम करते हो? क्या अन्य जाति भी ऐसा नहीं करते? सारा पढ़ दो 48 तक। इसलिए चाहिए कि तुम सिद्ध बनो जैसा तुम्हारा स्वर्गीय पिता सिद्ध है। आमेन। ਆਪਾਂ ਨੂੰ ਕੀ बनना है? सिद्ध बनना है। किवें? जैसे हमारा स्वर्गीय पिता सिद्ध है। And all this can be done with the help of Almighty God। ਜਿਵੇਂ ਅਯੂਬ ਕਹਿੰਦਾ, ਜੋਬ ਕਹਿੰਦਾ ਆਪਣੀ ਪੁਸਤਕ ਵਿੱਚ ਕਿ ਪਰਮੇਸ਼ਵਰ ਤੁਮਨੂੰ ਇੰਨੀ ਦੇਰ ਵਾਸਤੇ ਵੀ ਨਹੀਂ ਛੋੜਦਾ ਕਿ ਮੈਂ ਆਪਣੀ ਥੁੱਕ ਨਿਗਲ ਲਵਾਂ। ਐਸ ਕਰਕੇ ਪਰਮੇਸ਼ਵਰ ਦੀ ਨਿਗਾਹ ਸਾਡੇ ਸਾਰਿਆਂ ਤੇ ਹੈਗੀ ਹੈ, ਹਰ ਸਮੇਂ ਹੈਗੀ ਹੈ,
ਹਰ ਛਣ ਹੈਗੀ ਹੈ। ਤੇ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਵੀ ਅਸੀਂ ਕੁਝ ਕਰ ਰਹੇ ਹੈਗੇ ਆ, ਅਗਰ ਕਿਸੇ ਦੇ ਮਨ ਵਿੱਚ ਸਾਡਾ ਬੁਰਾ ਵਿਚਾਰ ਆਉਂਦਾ ਹੈਗਾ ਤੇ ਜ਼ਰੂਰ ਦਿਮਾਗ 'ਚ ਆਉਣਾ ਚਾਹੀਦਾ ਹੈ ਕਿ ਪਰਮੇਸ਼ਵਰ ਇਸ ਸਮੇਂ ਮੈਨੂੰ ਦੇਖ ਰਿਹਾ ਹੈਗਾ। ਬਿਕੋਜ਼ ਬਾਈਬਲ ਸੇਜ਼ ਆਵਰ ਗॉड ਨੀਦਰ ਸਲੀਪਸ ਨੋਟ ਸਲੰਬਰਸ, ਨਾ ਉਹ ਸੌਂਦੇ ਨੇ ਤੇ ਨਾ ਸੁਸਤਾਉਂਦੇ ਨੇ। ਐਂਡ ਹੀ ਇਜ਼ ਵਿਦ ਅਸ ਯੈਸਟਰਡੇ ਟੁਡੇ ਐਂਡ ਟੁਮਾਰੋ, ਉਹ ਸਾਡੇ ਨਾਲ ਕੱਲ ਵੀ ਸੀਗੇ, ਇਸ ਸਮੇਂ ਵੀ ਹੈਗੇ ਨੇ ਤੇ ਹਮੇਸ਼ਾ ਤੱਕ ਰਹਿਣਗੇ। ਤੇ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਔਖਾ ਨਹੀਂ ਹੈ, ਪਰ ਜੇ ਅਸੀਂ ਆਪਣੇ ਜ਼ੋਰ ਨਾਲ ਮੰਨਣ ਦੀ ਕੋਸ਼ਿਸ਼ ਕਰਾਂਗੇ ਤੇ ਕਦੀ ਕਾਮਯਾਬ ਨਹੀਂ ਹੋਵਾਂਗੇ। ਪਰ ਪਰਮੇਸ਼ਵਰ ਨੇ ਜੇ ਸਾਨੂੰ ਪਵਿੱਤਰ ਆਤਮਾ ਦਿੱਤੀ ਹੈ, ਉਹਨਾਂ ਦੀ ਫੈਲੋਸ਼ਿਪ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਪੜ੍ਹ ਕੇ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਕਾਬਲ ਹੋ ਸਕਦੇ ਹਾਂ। ਅੱਗੇ ਆਪਾਂ ਇੱਕ ਹੋਰ ਪਰਮੇਸ਼ਵਰ ਦੇ ਵਚਨ ਜੋ ਦੇਖਾਂਗੇ, ਲੂਕਾ ਦਾ 29। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਸੀ, ਇੰਡੀਆ ਤੋਂ ਆਏ ਹੈਗੇ ਆ, ਤੇ ਉਦੋਂ ਅਸੀਂ ਸਮਝਦੇ ਸੀ ਕਿ ਮਹਾਤਮਾ ਗਾਂਧੀ ਜਿਹੜਾ ਕਿ ਇੰਡੀਆ ਦੇ ਰਾਸ਼ਟਰਪਿਤਾ ਕਹਿਲਾਏ ਜਾਂਦੇ ਨੇ, ਉਹਨਾਂ ਨੇ ਇੱਕ ਸੇਇੰਗ ਕਹੀ ਹੈਗੀ ਹੈ ਕਿ ਜੇ ਤੁਹਾਡਾ ਕੋਈ ਇੱਕ ਆਪਣਾ ਗੱਲ ਤੇ ਥੱਪੜ ਮਾਰੇ ਤੇ ਤੁਸੀਂ ਉਹਦਾ ਆਪਣੇ ਦੂਜਾ ਗੱਲ ਉਹਦੇ ਸਾਹਮਣੇ ਕਰ ਦਿਓ। ਪਰ ਇਹ ਜਿਹੜੀ ਚੀਜ਼ ਸੀਗੀ ਹੈ ਕੀ ਹੈ, ਅੱਜ ਤੋਂ 2020 ਸਾਲ ਪਹਿਲੇ ਬਾਈਬਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਹੀ। ਇਹ ਉਹਨਾਂ ਦੇ ਜਿਹੜੇ ਅੱਛੇ ਵਚਨ ਹੈਗੇ ਨੇ, ਇਹ ਸੰਸਾਰ ਵਿੱਚ ਲੋਕੀ ਸ਼ੇਅਰ ਕਰਦੇ ਨੇ। ਪੜ੍ਹ ਦਿਓ लूका 6:29, जो तेरे एक गाल पर थप्पड़ मारे उसकी ओर दूसरा भी फेर दे, और जो तेरी दोहर छीन ले उसको कुर्ता लेने से भी ना रोक। आमीन। प्रभु यीशु मसीह ने की किया है कि तुसी अपने शैतान वाले वास्ते प्रार्थना करो, अपने ਜਿਹੜੇ ਦੁਸ਼ਮਣ ਨੇ ਉਹਨਾਂ ਨਾਲ ਪ੍ਰੇਮ ਕਰੋ। ਜੇ ਤੁਹਾਡੇ ਕਹਿੰਦੇ ਨੇ ਕੋਈ ਇੱਕ ਪਾਸੇ ਥੱਪੜ ਮਾਰੇ ਤੇ ਉਹਨੇ ਦੂਸਰਾ ਗੱਲ ਵੀ ਅੱਗੇ ਕਰ ਦਿਓ। ਜੇ ਕੋਈ ਤੁਹਾਡਾ ਕੁਰਤਾ ਲਗਾਉਣਾ ਚਾਹਵੇ, ਉਹਨੂੰ ਕਹੋ ਜਿਹੜੀ ਚੱਦਰ ਹੈਗੀ ਹੈ ਇਹ ਵੀ ਤੈਨੂੰ ਮੈਂ ਦੇ ਦੇਣਾ। ਕਿਉਂ? ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਲੈਣੇ ਸੇ ਦੇਣਾ ਭਲਾ ਹੈ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਦੋਂ ਮੈਂ ਬਿਮਾਰ ਸੀਗਾ ਤੁਸੀਂ ਮੈਨੂੰ ਦੇਖਣ ਵਾਸਤੇ ਆਏ, ਜਦੋਂ ਮੈਂ ਭੁੱਖਾ ਸੀਗਾ ਤੁਸੀਂ ਮੈਨੂੰ ਖਾਣਾ ਦਿੱਤਾ, ਜਦੋਂ ਮੈਂ ਜੇਲ੍ਹ ਸੀਗਾ ਤੁਸੀਂ ਮੇਰਾ ਪਤਾ ਲੈਣ ਆਏ। ਅੱਜ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਆਪਣੇ ਸੋਚਾਂ ਦੀ ਜੇਲ੍ਹ ਦੇ ਵਿੱਚ ਬੰਦ ਨੇ। ਜੇਲ੍ਹ ਦਾ ਮਤਲਬ ਫਿਜ਼ੀਕਲ ਜੇਲ੍ਹ ਨਹੀਂ ਹੈਗਾ। ਜਿਹੜੇ ਲੋਕ ਡਿਪਰੈਸ਼ਨ 'ਚ ਹੈਗੇ ਨੇ, ਉਹ ਉਦਾਸੀ ਦੇ ਜੇਲ੍ਹ ਵਿੱਚ ਬੰਦ ਹੈਗੇ ਨੇ। ਜਿਨ੍ਹਾਂ ਦੇ ਘਰ ਲੜਾਈਆਂ ਚਲਦੀਆਂ ਨੇ, ਉਹ ਆਪਣੇ ਘਰ ਦੀ ਜੇਲ੍ਹ ਵਿੱਚ ਬੰਦ ਹੈਗੇ ਨੇ। ਜਿਨ੍ਹਾਂ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਦੂਸ਼ਿਤ ਹੈਗੇ ਨੇ, ਉਹ ਕੀ ਕਹਿੰਦੇ ਨੇ ਵੈਭਿਚਾਰ ਦੇ ਹੈਗੇ ਨੇ, ਲਸਟ ਦੇ ਹੈਗੇ ਨੇ, ਪ੍ਰਾਊਡ ਹੈਗੇ ਨੇ, ਜਿਹੜੇ ਵਿਕਟ ਲੋਕ ਹੈਗੇ ਨੇ। ਅਸੀਂ ਜਿਵੇਂ ਜਿਹੜੇ 4 ਪਾਪ ਦੇਖੇ ਸੀ, ਜਿੰਦੇ ਪ੍ਰਾਊਡ ਸੀਗਾ, ਜਿੰਦੇ 'ਚ ਪ੍ਰਾਊਡ ਮਤਲਬ ਜਿਹੜਾ ਘਮੰਡੀ ਬੰਦਾ ਹੈਗਾ, ਜਿਹੜਾ ਬੰਦਾ ਕੀ ਕਹਿੰਦੇ ਨੇ ਸਵਾਰਥੀ ਹੈਗਾ, ਜਿਹੜਾ ਗਰੀਡੀ ਹੈਗਾ, ਤੇ ਜਿਹੜਾ ਲਸਟਫੁਲ ਹੈਗਾ, ਜਿਹੜਾ ਹਵਸਵਾਲਾ ਹੈਗਾ। ਇਹ ਸਾਰੀਆਂ ਕੀ ਚੀਜ਼ਾਂ ਹੈਗੀਆਂ ਨੇ? ਇਹ ਸਾਰੀਆਂ ਸਾਡੇ ਵਾਸਤੇ ਕਿ ਜੇਲ੍ਹ ਹੈਗੀਆਂ ਨੇ ਜਿੰਦੇ ਵਿੱਚ ਅਸੀਂ ਬੰਦ ਹੈਗੇ ਆ। ਅਸੀਂ ਸਰੀਰਿਕ ਤੌਰ ਤੇ ਤਾਂ ਸਾਨੂੰ ਅੱਛਾ ਲੱਗਦਾ ਹੈ, ਪਰ ਆਤਮਿਕ ਤੌਰ ਤੇ ਅਸੀਂ ਜਦੋਂ ਇਹ ਕੰਮ ਕਰਨੇ ਆ, ਕਿਉਂਕਿ ਅਸੀਂ ਪਰਮੇਸ਼ਵਰ ਦੇ ਹੱਥ ਦੀ ਬਣਾਈ ਹੋਈ ਰਚਨਾ ਹੈਗੇ ਆ, ਤੇ ਅਸੀਂ ਰੋਜ਼ ਮਰਨੇ ਆ। ਰੋਜ਼ ਸਾਡਾ ਕੀ ਹੁੰਦਾ ਹੈ? ਨਾਸ਼ ਹੁੰਦਾ ਹੈਗਾ। ਫਿਰ ਇੱਕ ਅੱਗੇ ਹੋਰ ਪਰਮੇਸ਼ਰ ਦਾ ਵਚਨ 'ਚ ਪਰਮੇਸ਼ਰ ਦਾ ਵਚਨ ਦੇਖਾਂਗੇ, ਮਤੀ 19:26। ਇਹਦੇ 'ਚ ਇੱਕ ਅਮੀਰ ਆਦਮੀ ਪ੍ਰਭੂ ਯਿਸੂ ਮਸੀਹ ਕੋਲ ਆਉਂਦਾ ਹੈ। ਉਹ ਕਹਿੰਦਾ ਹੈ ਕਿ ਪਿਤਾ ਮੈਂ ਕੀ ਕਰਾਂ, ਟੀਚਰ ਮੈਂ ਕੀ ਕਰਾਂ ਕਿ ਮੈਂ ਅਨੰਤ ਜੀਵਨ ਦਾ ਭਾਗੀ ਬਣਾ। ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਤੂੰ ਫਲਾਣੇ ਹੁਕਮ ਕੀਤੇ ਨੇ ਵੀ ਮਾਂ-ਬਾਪ ਦੀ ਇੱਜ਼ਤ ਕਰਨਾ, ਪਰਮੇਸ਼ਵਰ ਨੂੰ ਪ੍ਰੇਮ ਕਰਨਾ। ਉਹ ਕਹਿੰਦਾ ਇਹ ਸਾਰੀ ਚੀਜ਼ਾਂ ਤਾਂ ਮੈਂ ਕਰਦਾ ਆ ਰਿਹਾ। ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ। ਕਿਉਂਕਿ ਉਹ ਪਰਮੇਸ਼ਵਰ ਸੀਗੇ। ਕਿ ਉਹਨਾਂ ਨੇ ਕਿਹਾ ਤੇਰੇ ਕੋਲ ਪੈਸਾ ਹੈਗਾ, ਜਿਹੜਾ ਹੈਗਾ ਉਹ ਸਭ ਕੁਝ ਸਮਾਨ ਆਪਣਾ ਵੇਚ ਕੇ ਗਰੀਬਾਂ ਨੂੰ ਵੇਚ ਦੇ, ਫਿਰ ਮੇਰੇ ਪਿੱਛੇ ਆ ਜਾ ਤੇ ਤੂੰ ਅਨੰਤ ਜੀਵਨ ਦਾ ਭਾਗੀ ਹੋਏਗਾ। ਜੋ ਕੀ ਹੋਇਆ, ਉਹ ਜਿਹੜਾ ਅਮੀਰ ਆਦਮੀ ਸੀਗਾ ਉਹ ਸਿਰ ਝੁਕਾ ਕੇ ਉਦਾਸ ਹੋ ਕੇ ਚਲਾ ਗਿਆ। ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਚੇਲਿਆਂ ਨੂੰ ਕਿ ਜਿਹੜਾ ਸੂਈ ਦਾ ਨਾਕਾ ਹੁੰਦਾ, ਜਿਹੜਾ ਸੂਈ ਦਾ ਪਤਲਾ ਜਿਹਾ ਛੇਕ ਹੁੰਦਾ ਹੈ, ਜਿੰਦੇ 'ਚ ਪਤਲਾ ਜਿਹਾ ਧਾਗਾ ਪਾਉਣ 'ਚ ਸਾਨੂੰ ਮੁਸ਼ਕਲ ਹੁੰਦੀ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਪ੍ਰਭੂ ਯਿਸੂ ਮਸੀਹ ਨੇ ਕਿਹਾ
ਕਿ ਸੂਈ ਦੇ ਨਾਕੇ ਤੋਂ ਊਂਠ ਦਾ ਨਿਕਲ ਜਾਣਾ ਤਾਂ ਆਸਾਨ ਹੈਗਾ, ਪਰ ਜਿਹੜਾ ਧਨਵਾਨ ਹੈਗਾ, ਜਿਹਨੂੰ ਇਹ ਦੁਨੀਆ ਦੇ ਪੈਸੇ ਦੇ ਬਾਰੇ ਸਿਰਫ ਸੋਚਦਾ ਹੈਗਾ, ਉਹ ਪਰਮੇਸ਼ਵਰ ਦੀ ਬਾਦਸ਼ਾਹ ਦੀ ਸ਼ਾਮਿਲ ਨਹੀਂ ਹੋ ਸਕਦਾ। ਫਿਰ ਚੇਲਿਆਂ ਨੇ ਪੁੱਛਿਆ, ਪਿਤਾ ਜੀ ਫਿਰ ਤਾਂ ਕੋਈ ਵੀ ਨਹੀਂ ਜਾ ਸਕਦਾ, ਕਿਵੇਂ ਹੋ ਸਕਦਾ? ਫਿਰ ਪ੍ਰਭु यीशु मसीह ने की किया? पढ़ दो 19:26। यीशु ने उनकी ओर देखकर कहा, मनुष्य से तो नहीं हो सकता, परंतु परमेश्वर से सब कुछ हो सकता है। आमीन। इंसान दे वास नहीं कुछ हैगा, इंसान दा एक कठपुतली हैगा, पर इंसान दा जरा छोटा जिहा दिमाग हैगा, इनदे जो बहुत ज्यादा घमंड, बहुत ज्यादा गुनाह, बहुत ज्यादा द्वेष, बहुत ज्यादा चुगली लेके फिरदा हैगा। पर परमेश्वर कहंदा है, मैं तुहानू ये सारे जेल तो आजाद करना चाहना। परमेश्वर कहंदा है कि मैं तुहानू वो खुशी देना चाहना ਜਿਹੜੀ ਤੁਹਾਡੀ ਸਮਝ ਤੋਂ ਪਰੇ ਹੋਏਗੀ। ਜਿਵੇਂ ਜਰਮਾਇਆ 33:3 ਲਿਖਿਆ ਹੈਗਾ, the plans I have for you, can you read it? The plans I have for you are to build you up, to make you, yeah, okay. क्योंकि यहोवा की ये वाणी है कि जो कल्पनाएं मैं तुम्हारे विषय करता हूँ उन्हें मैं जानता हूँ, वे हानि की नहीं वरन कुशल ही की हैं, और अंत में तुम्हारी आशा पूरी करूंगा। आमीन। की कहना परमेश्वर थे कि ਜਿਹੜੀ योजनावां मैं अपने बच्चों वास्ते बनाईयां ने वो लाभ दियां ने, हानि दी नहीं हैगियां। मेरे भैनों भराओ, मैं तुहाडे रोज हथ जोड़ के प्रार्थना करदा कि जे तुसी प्रभु यीशु मसीह ਨੂੰ ਜਾਣਦੇ ਹੋ ਤੇ ਉਹ ਅਥਾਹ ਸਾਗਰ ਹੈਗੇ ਨੇ। ਅਸੀਂ ਸਾਰੀ ਉਮਰ ਭਾਵੇਂ ਲੱਗੇ ਰਹੀਏ, ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ, ਪਰ ਅਸੀਂ ਰੋਜ਼ ਪਰਮੇਸ਼ਵਰ ਵਿੱਚ ਅੱਗੇ ਵਧੀਏ। ਕਿਵੇਂ ਅੱਗੇ ਵਧ ਸਕਦੇ ਹਾਂ? ਪਰਮੇਸ਼ਵਰ ਦੇ ਵਚਨ ਨੂੰ ਪੜ੍ਹ ਕੇ, ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰਕੇ, ਪਵਿੱਤਰ ਆਤਮਾ ਦੀ ਸਹਿਭਾਗੀਤਾ ਦੇ ਨਾਲ, ਪਰਮੇਸ਼ਵਰ ਦੀ ਗੱਲਾਂ ਤੇ ਚੱਲ ਕੇ, ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨ ਕੇ। ਤੇ ਜਿਵੇਂ ਮੈਂ ਅੱਗੇ ਦੱਸਿਆ, ਦੂਜਾ ਕੁਰਿੰਥੀਆਂ ਲਿਖਿਆ ਹੈ ਕਿ ਪਰਮੇਸ਼ਵਰ ਦੇ ਹੁਕਮ ਜਿਹੜੇ ਹੈਗੇ ਨੇ, ਦੇ ਆਰ ਨਾਟ ਬਰਡਨਸਮ, ਬੋਝਲ ਨਹੀਂ ਹੈਗੇ। ਪਰਮੇਸ਼ਵਰ ਦਾ ਚਾਹੁੰਦਾ ਹੈ ਕਿ ਉਹਦੇ ਜਿਹੜੇ ਬੇਟੇ ਦੇ ਬੇਟੀਆਂ ਹੈਗੇ ਨੇ, ਉਹ ਉਹਦੀ ਬਾਦਸ਼ਾਹ ਦੀ ਸ਼ਾਮਲ ਹੋਣ। ਤੇ ਕਈ ਲੋਕਾਂ ਨੂੰ ਵੀ ਗਲਤ ਫਹਿਮੀ ਹੈਗੀ ਹੈ ਅਬਾਊਟ ਇਟਰਨਲ ਲਾਈਫ। ਲੋਕ ਸਮਝਦੇ ਨੇ ਕਿ ਮਰਨ ਤੋਂ ਬਾਅਦ ਹੀ ਜਿਹੜਾ ਅਨੰਤ ਜੀਵਨ ਹੈ। ਨਹੀਂ, ਮੈਂ ਤੁਹਾਨੂੰ ਦੱਸਣਾ ਚਾਹਨਾ, I don't have the verse at present with me, I suppose it is in John। ਉਹ ਕਹਿੰਦੇ ਨੇ ਕਿ ਜਿਸ ਦਿਨ ਤੁਸੀਂ ਪਰਮੇਸ਼ਵਰ ਨੂੰ ਕਬੂਲ ਕਰਦੇ ਹੋ, ਜਿਸ ਦਿਨ to know Lord Jesus and to know God is eternal life। ਪ੍ਰਭੂ ਯਿਸੂ ਮਸੀਹ ਨੂੰ ਤੇ ਪਿਤਾ ਪਰਮੇਸ਼ਵਰ ਨੂੰ ਜਾਣਨਾ ਹੀ ਅਨੰਤ ਜੀਵਨ ਹੈਗਾ। ਤੇ you got it? ਪੜ੍ਹ ਦਿਓ। और अनंत जीवन ये है कि वे तुझ एकमात्र सच्चे परमेश्वर को और यीशु मसीह को जिसे तूने भेजा है जाने। आमीन। John 17 verse 3। ਯੋਹੰਨਾ 17:3 ਉਹ ਕਹਿੰਦਾ, ਪ੍ਰਭੂ ਯਿਸੂ ਮਸੀਹ ਨੂੰ ਜੇ ਤੁਸੀਂ ਜਾਣਦੇ ਹੋ, ਪਿਤਾ ਪਰਮੇਸ਼ਵਰ ਨੂੰ ਜਾਣਦੇ ਹੋ, ਤੇ ਅੱਜ ਇਸ ਜ਼ਮੀਨ ਤੇ ਹੀ ਤੁਸੀਂ ਅਨੰਤ ਜੀਵਨ ਦੇ ਭਾਗੀ ਹੈਗੇ ਹੋ। ਤੇ ਮੇਰੀ ਤੁਹਾਡੇ ਸਾਰਿਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈਗੀ ਹੈ ਕਿ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਨੇ, ਉਹ ਉਹਨਾਂ ਵਿੱਚ ਰੋਜ਼ ਅੱਗੇ ਵਧਣ, ਕਿਉਂਕਿ ਆਪਾਂ क्षण बाय क्षण, बिट बाय बिट ਅਸੀਂ ਉਹਨਾਂ ਦੀ ਇਮੇਜ ਹੀ ਢਲਣਾ ਹੈ। ਤੇ ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ this is the day that the Lord has made, we will rejoice and be glad in it। आज का दिन यहोवा ने बनाया है, हम उसमें आनंदित हों। God bless you। परमेश्वर के वचन दे ਲਈ परमेश्वर ਦਾ ਅਸੀਂ ਲੱਖਾਂ ਕਰੋੜਾਂ ਵਾਰੀ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਅੱਜ ਦੇ, ਕੱਲ ਦੇ, ਹਮੇਸ਼ਾ ਦੇ ਲਈ ਪਰਮੇਸ਼ਵਰ ਸਾਡੇ ਨਾਲ ਵਿਰਾਜਮਾਨ ਹੈ। ਔਰ ਜਿਸ ਟਾਈਮ ਤੇ ਅਸੀਂ ਪਰਮੇਸ਼ਵਰ ਨੂੰ ਮੰਨਦੇ ਹਾਂ, ਉਸੇ ਟਾਈਮ ਤੇ ਸਾਡੀ ਨਜਾਤ ਹੁੰਦੀ। ਜਿਵੇਂ ਲਿਖਿਆ 2 कुरिन्थियों 6 ਚ लिखा, हम जो परमेश्वर के सहकर्मी हैं ये भी समझाते हैं कि उसका अनुग्रह जो तुम पर हुआ उसको व्यर्थ ना जाने दो। ਅੱਜ ਸਾਡੇ ਤੇ ਅਨੁਗ੍ਰਹ ਹੋਇਆ, ਜੋ ਇਹ ਵਚਨ ਆਇਆ ਸੀ, ਇਸਨੂੰ ਵਿਅਰਥ ਨਹੀਂ ਜਾਣ ਦੇਣਾ।
क्योंकि वह तो कहता है अपनी प्रसन्नता के समय मैंने तेरी सुन ली कि इस टाइम ते जैसी पापा ਦਾ ਇਕਰਾਰ ਕਰਾਂ कि ऐसे टाइम ਤੇ सुन ली परमेश्वर ਇੱਥੇ मौजूद है और उद्धार के दिन मैंने तेरी सहायता की। ਅੱਜ ਦਾ ਹੀ ਦਿਨ ਇਹੀ ਮੌਕਾ ਉद्धार ਦਾ ਹੈਗਾ ਤੇ ਪਰਮੇਸ਼ਰ ਸਾਡੀ ਸਹਾਇਤਾ ਕਰ ਰਿਹਾ ਹੈ ਇਸ ਟਾਈਮ ਤੇ ਆਪਣਾ ਵਚਨ ਭੇਜ ਕੇ कि ਅਸੀਂ ਉਸ वचन ਨੂੰ ग्रहण करके पापा की माफी करके परमेश्वर के उद्धार ਨੂੰ ग्रहण कर लिए। देखो अभी वह प्रसन्नता का समय है, देखो अभी वह उद्धार का दिन है। ਅੱਜ ਨਹੀਂ ਕਿਹਾ ਉਹਨਾਂ ਨੇ, ਅਭੀ ਕਿਹਾ, ਮੂਵਮੈਂਟ ਕਿਹਾ ਹੈਗਾ। ਪਰਮੇਸ਼ਵਰ ਸਾਡੇ ਇੱਕ ਇੱਕ ਮੂਵਮੈਂਟ ਦੇ ਇੱਕ ਇੱਕ ਪਲ ਦੇ ਪਰਮੇਸ਼ਵਰ ਹੈਗੇ ਕਿ ਜਿਸ ਟਾਈਮ ਤੇ ਵਚਨ ਇਹ ਉद्धार ਦਾ ਵਚਨ ਜੋ ਅਨੁਗ੍ਰਹਿ ਦਾ ਵਚਨ ਸਾਡੇ ਕੋਲ ਪਰਮੇਸ਼ਵਰ ਨੇ ਭੇਜਿਆ ਹੈ ਸਾਡੀ ਮਦਦ ਕਰਨ ਪਰਮੇਸ਼ਵਰ ਕਿ ਜੋ ਪਰਮੇਸ਼ਵਰ ਸਹਾਇਤਾ ਕਰਨ ਨੂੰ ਸਾਡੇ ਲਈ ਤਿਆਰ ਹੈਗੇ ਆ। ਅਸੀਂ ਆਪਣੇ ਦਿਲ ਨੂੰ ਖੋਲਣਾ ਕਿ ਪਰਮੇਸ਼ਵਰ ਕੋਲ ਪਾਪਾ ਦੀ ਮਾਫੀ ਮੰਗਣੀ ਹੈ ਔਰ ਪਰਮੇਸ਼ਵਰ ਉਸੇ ਟਾਈਮ ਤੇ ਪਰਮੇਸ਼ਵਰ ਦਾ ਉद्धार ਪਾਪਾ ਤੋਂ ਮੁਕਤੀ ਸਾਨੂੰ ਉਸੇ ਟਾਈਮ ਤੇ ਮਿਲਣੀ ਹੈ। ਇੰਨੇ ਸਾਡੇ ਪਰਮੇਸ਼ਵਰ ਭਲੇ ਪਰਮੇਸ਼ਵਰ ਹੈ, ਕਿਉਂ ਨਾ ਇਸ ਪਰਮੇਸ਼ਵਰ ਨੂੰ ਅਸੀਂ ਧੰਨ ਧੰਨ ਕਹਿ ਕੇ ਪੁਕਾਰੀਏ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੀ ਪਿਤਾ ਪਰਮੇਸ਼ਵਰ ਤੁਹਾਡੇ ਇਸ ਅਪਾਰ ਇਸ ਐਟਰਨਲ ਪਿਆਰ ਇਸ ਅਸੀਮ ਪਿਆਰ ਵਾਸਤੇ ਤੁਹਾਡਾ ਧੰਨਵਾਦ ਕਰਦੇ, ਤੁਹਾਡੇ ਨਾਮ ਨੂੰ ਧੰਨ ਧੰਨ ਪੁਕਾਰਦੇ ਆ। हे ਪਿਤਾ ਪਰਮੇਸ਼ਵਰ ਅਸੀਂ ਇਕਰਾਰ ਕਰਦੇ ਆ ਅਸੀਂ ਪਾਪੀ ਹੈਗੇ ਆ ਖੁਦਾਵੰਦ, ਬਾਰ-ਬਾਰ ਗਲਤੀਆਂ ਸਾਡੇ ਕੋਲ ਹੁੰਦੀਆਂ ਖੁਦਾਵੰਦ। ਸਾਡੇ ਡਿਠਾਈ ਦੇ ਪਾਪਾਂ ਨੂੰ ਮਾਫ ਕਰੋ ਖੁਦਾਵੰਦ, ਸਾਡੇ ਪਾਪਾਂ ਨੂੰ ਮਾਫ ਕਰੋ, ਪਾਕ ਕਰੋ, ਸਾਫ਼ ਕਰੋ। हे ਖੁਦਾਵੰਦ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਇਤਨੀ ਸਮਰਥ ਹੈ, ਤੁਹਾਡੇ ਵਚਨ 'ਚ ਸਮਰਥ ਹੈ ਕਿਉਂਕਿ ਤੁਹਾਡੇ ਵਚਨ 'ਚ ਲਿਖਿਆ ਹੈ ਕਿ ਜਿਹੜਾ ਕੋਈ ਆਪਣੇ ਪਾਪਾਂ ਨੂੰ ਮੰਨ ਲਏਗਾ ਤੇ ਪਰਮੇਸ਼ਵਰ ਉਹਨਾਂ ਦੇ ਪਾਪਾਂ ਨੂੰ ਮਾਫ ਕਰਨ ਤੇ ਉਹਨਾਂ ਦੇ ਅਧਰਮ ਨੂੰ ਸ਼ੁੱਧ ਕਰਨ ਵਿੱਚ ਵਿਸ਼ਵਾਸਯੋਗ ਔਰ ਧਰਮੀ ਪਰਮੇਸ਼ਵਰ ਹੈ। ਵਚਨ 'ਚ ਲਿਖਿਆ ਕਿ ਤੁਹਾਡੇ ਭਾਵੇਂ ਜਿਹੜੇ ਪਾਪ ਹੈਗੇ ਲਾਲ ਰੰਗ ਦੇ ਹੋਣ, ਭਾਵੇਂ ਅਰਗਵਾਨੀ ਰੰਗ ਦੇ ਹੋਣ, ਤੁਸੀਂ ਮੇਰੇ ਨਾਲ ਆ ਕੇ ਵਾਦ ਵਿਵਾਦ ਕਰੋ, ਉਹ ਸਾਰੇ ਬਰਫ਼ ਦੀ ਮਾਨੀ ਚਿੱਟੇ ਹੋ ਜਾਣਗੇ ਕਿਉਂਕਿ ਵਚਨ 'ਚ ਲਿਖਿਆ ਤੁਹਾਡੇ ਸਾਮ 51 'ਚ ਲਿਖਿਆ ਖੁਦਾਵੰਦ ਕਿ ਤੁਹਾਡੇ ਲਹੂ ਦੇ ਵਿੱਚ ਜੇ ਤੁਸੀਂ ਸ਼ੁੱਧ ਕਰੋਗੇ ਫਾਦਰ, ਤੁਸੀਂ ਜੂਫੇ ਨਾਲ ਸਾਫ਼ ਕਰੋਗੇ, ਸਾਡੇ ਜਿਹੜੇ ਪਾਪ ਹੈਗੇ ਆ ਉਹ ਬਰਫ਼ ਦੀ ਮਾਨੀ ਸਫੇਦ ਹੋ ਜਾਣਗੇ ਮੇਰੇ ਖੁਦਾਵੰਦ। ਤੁਹਾਡੇ ਮੂੰਹ ਦੇ ਨਿਕਲੇ ਵਚਨ ਹੈ ਖੁਦਾਵੰਦ। ਅਸੀਂ ਇਹਨਾਂ ਵਚਨਾਂ ਤੇ ਵਿਸ਼ਵਾਸ ਕਰਦੇ ਹੋਏ ਆਪਣੇ ਹਰ ਗੁਨਾਹ ਦਾ ਇਕਰਾਰ ਕਰਦੇ ਆ ਔਰ ਇਕਰਾਰ ਕਰਦੇ ਹੈ ਪ੍ਰਭੂ ਯੀਸ਼ੂ ਮਸੀਹ ਜੀ ਤੁਸੀਂ ਹੀ ਸਾਡੇ ਲਾਰਡ ਹੋ, ਤੁਸੀਂ ਹੀ ਸਾਡੇ ਸੇਵੀਅਰ ਹੋ। हे ਪਿਤਾ ਪਰਮੇਸ਼ਵਰ ਸਾਡੇ ਜ਼ਿੰਦਗੀਆਂ ਵਿੱਚ ਆਓ ਤੇ ਸਾਡੀਆਂ ਜ਼ਿੰਦਗੀਆਂ ਨੂੰ ਤੁਸੀਂ ਚਲਾਓ। ਹਰ ਗੁਨਾਹ ਦੀ ਮਾਫੀ ਮੰਗਦੇ ਆ। हे ਪਿਤਾ ਪਰਮੇਸ਼ਵਰ ਤੁਸੀਂ ਮਾਫ ਕਰਨ 'ਚ ਯੋਗ ਪਰਮੇਸ਼ਵਰ ਹੋ ਖੁਦਾਵੰਦ। हे ਪਿਤਾ ਪਰਮੇਸ਼ਵਰ ਦਇਆ ਕਰੋ, ਰਹਿਮ ਕਰੋ ਸਭ ਦੇ ਕੋਲ ਫਾਦਰ ਜੋ ਅਨੁਗ੍ਰਹਿ ਦਾ ਵਚਨ ਪ੍ਰਭੂ ਯੀਸ਼ੂ ਮਸੀਹ ਜੀ ਹੈ, ਜੇ ਸਾਡੇ ਰਾਈਚੀਅਸਨੈਸ ਹੈਗੇ ਜੋ ਪਾਪਾਂ ਦੀ ਮੁਕਤੀ ਹੈ, ਮਿੰਨਤ ਕਰਦੇ ਆ ਪਿਤਾ ਪਰਮੇਸ਼ਵਰ ਸਭ ਦੇ ਅੱਖਾਂ ਤੋਂ ਜੋ ਸ਼ੈਤਾਨ ਨੇ ਖੁਦਾਵੰਦ ਅੱਖਾਂ ਨੂੰ ਬੰਨਿਆ ਹੋਇਆ, ਅੱਖਾਂ ਤੇ ਪੱਟੀ ਲਗਾਈ ਹੋਈ ਹੈ, ਉਸ ਪੱਟੀ ਨੂੰ ਤੁਸੀਂ ਨਿਕਾਲੋ ਖੁਦਾਵੰਦ। ਉਹਨਾਂ ਸਕੇਲਸ ਨੂੰ ਤੁਸੀਂ ਅੱਖਾਂ ਤੋਂ ਕੱਢੋ ਤਾਂ ਕਿ ਇਹ ਗਲੋਰੀਅਸ ਗੋਸਪਲ ਜੋ ਹੈਗੀ ਸਭ ਦੇ ਦਿਲਾਂ ਵਿੱਚ ਚਮਕੇ ਖੁਦਾਵੰਦ ਔਰ ਸਾਰੇ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਔਰ ਪ੍ਰਭੂ ਕਰਕੇ ਜਾਣ ਲੈਣ ਔਰ ਸਾਰੇ ਸ਼ੈਤਾਨ ਦੇ ਚੰਗੁਲ ਚੋਂ ਨਿਕਲ ਕੇ ਖੁਦਾਵੰਦ ਆਜ਼ਾਦ ਹੋ ਕੇ ਪਿਤਾ ਪਰਮੇਸ਼ਰ ਤੁਹਾਡੀ ਸੰਤਾਨ ਬਣਨ ਔਰ ਤੁਹਾਡੇ ਆਉਣ ਵਾਲੇ ਤੋਂ ਕ੍ਰੋਧ ਤੋਂ ਬਚਾਏ ਜਾਣ ਖੁਦਾਵੰਦ ਔਰ ਸਭ ਨੂੰ हे ਮੇਰੇ ਪਿਤਾ ਪਰਮੇਸ਼ਰ ਤੁਹਾਡੀ ਨਜਾਤ ਮਿਲੇ। ਥੈਂਕ ਯੂ ਫਾਦਰ। ਹਰ ਚੀਜ਼ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਆ ਪਿਤਾ ਪਰਮੇਸ਼ਰ। ਤੁਹਾਡਾ ਅਨੁਗ੍ਰਹਿ ਹਮੇਸ਼ਾ ਸਾਡੇ ਸਾਰਿਆਂ ਨਾਲ ਬਣਿਆ ਰਹੇ ਪ੍ਰਭੂ ਯੀਸ਼ੂ ਦੇ ਨਾਮ ਨਾਲ। ਆਮੀਨ ਆਮੀਨ ਆਮੀਨ।